Good morning, students. Once again, welcome to my YouTube channel. This is my second part of the related to the video introduction of to the microeconomics for a class 11th for commerce and economics students. Now let's start this session. In this session, we are discussing about to the another topic which has been related to the economics, which has been a positive and narrative economy. ਅੱਛਾ, ਜੇਕਰ ਗੱਲ ਕਰੀਏ ਵੀ ਸਾਡੀ ਜਿਹੜੀ ਪੋਜ਼ੀਟਿਵ ਇਕੋਨਮੀ ਹੁੰਦੀ ਆ ਉਹ ਕਿਹੜੀ ਹੁੰਦੀ ਆ? ਪੋਜ਼ੀਟਿਵ ਇਕੋਨਮੀ ਉਹ ਹੁੰਦੀ ਹੈ ਜਿਹਦੇ ਵਿੱਚ ਸਾਡਾ ਕੋਈ ਓਬਜੈਕਟਿਵ ਸਟੇਟਮੈਂਟ ਹੁੰਦਾ ਵੀ ਅਸੀਂ ਕਿਸੇ ਚੀਜ਼ ਨੂੰ ਟੈਸਟ ਕਰਨਾ ਹੁੰਦਾ ਜਾਂ ਕੋਈ ਈਵੀਡੈਂਸ ਕੱਢਣਾ ਹੁੰਦਾ ਵਾ ਵੀ ਅਸੀਂ ਕਿਸੇ ਵੀ ਚੀਜ਼ ਦੇ ਉੱਤੇ ਅੱਖ ਬੰਦ ਕਰਕੇ ਵਿਸ਼ਵਾਸ ਨਹੀਂ ਕਰਦੇ, ਅਸੀਂ ਉਸ ਚੀਜ਼ ਦੇ ਉੱਤੇ ਐਕਸਪੈਰੀਮੈਂਟ ਕਰਦੇ ਹਾਂ ਅਤੇ ਉਹਦੇ ਵਿੱਚੋਂ ਐਵੀਡੈਂਸ ਲੱਭਦੇ ਹਾਂ ਅਤੇ ਜੇ ਸਾਨੂੰ ਲੱਗਦਾ ਵੀ ਇਹ ਚੀਜ਼ ਸਹੀ ਆ ਤਾਂ ਫਿਰ ਅਸੀਂ ਉਸ ਚੀਜ਼ ਨੂੰ ਇੰਪਲੀਮੈਂਟ ਕਰਦੇ ਹਾਂ, ਉਹਨੂੰ ਕਹਿੰਦੇ ਆ ਪੋਜ਼ੀਟਿਵ ਇਕੋਨਮੀ। ਇਹਦੇ ਵਿੱਚ ਅਸੀਂ ਕੀ ਆ, ਟੈਸਟਿੰਗ ਹੋਣਾ ਜ਼ਰੂਰੀ ਆ। ਇਹਦੇ ਵਿੱਚ ਕੀ ਆ, ਸਾਡੀਆਂ ਜਿਹੜੀਆਂ ਵੀ ਚੀਜ਼ਾਂ ਅਸੀਂ ਇੰਪਲੀਮੈਂਟ ਕਰਾਂਗੇ ਉਹਦੀ ਰਿਜੈਕਸ਼ਨ ਅਤੇ ਅਪਰੂਵਲ ਹੋਣਾ ਉਹ ਡਿਪੈਂਡ ਕਰਦਾ ਉਹਦੇ ਟੈਸਟ ਦੇ ਉੱਤੇ। ਜਿਵੇਂ ਕਿ ਵੀ ਜੇਕਰ ਇੱਕ ਪਰਸਨ ਦੀ ਕੀ ਆ ਇਨਕਮ ਕੀ ਹੋ ਜਾਵੇ, ਫਾਲ ਕਰ ਜਾਵੇ, ਘੱਟ ਜਾਵੇ, ਕੀ ਉਹ ਉਹਦੀ ਡਿਮਾਂਡ ਨੂੰ ਵਧਾਏਗਾ ਜਾਂ ਘਟਾਏਗਾ। ਅਤੇ ਨੈਕਸਟ ਹੈਗਾ ਵੀ ਜਿਵੇਂ ਗੌਰਮੈਂਟ ਟੈਕਸ ਦਾ ਰੇਟ ਵਧਾ ਦੇਵੇ ਬੀਅਰ ਦੇ ਉੱਤੇ, ਕੀ ਉਹਨਾਂ ਦਾ ਪ੍ਰੋਫਿਟ ਕੀ ਆ ਵਧੇਗਾ ਜਾਂ ਘਟੇਗਾ। ਇਹ ਸਾਰੀਆਂ ਚੀਜ਼ਾਂ ਕੀ ਨੇ, ਟੈਸਟ ਦੇ ਉੱਤੇ ਡਿਪੈਂਡ ਕਰਦੀਆਂ ਨੇ। ਜਿਵੇਂ ਕਿ ਹੁਣ ਲਗਾਓ ਵੀ ਮੇਰੀ ਇਨਕਮ ਘੱਟ ਗਈ ਅਤੇ ਕੀ ਮੈਂ ਹੁਣ ਆਪਣੀਆਂ ਚੀਜ਼ਾਂ ਖਰੀਦਣ ਜਾਂ ਡਿਮਾਂਡ ਕੀ ਆ ਵਧਾ ਦੂੰਗਾ? ਨਹੀਂ ਹੋ ਸਕਦਾ। ਕਿਉਂ ਨਹੀਂ ਹੋ ਸਕਦਾ? ਮੈਂ ਸਿਰਫ ਉਸੇ ਚੀਜ਼ਾਂ ਦੀ ਹੀ ਡਿਮਾਂਡ ਕਰੂੰਗਾ ਜਿਹੜੇ ਲਈ ਮੇਰੇ ਲਈ ਨਸੈਸਰੀਜ਼ ਨੇ, ਵੀ ਜਿਹੜੀ ਮੈਂ ਐਕਸਟਰਾ ਆਰਡੀਨਰੀ ਜਿਹੜੀਆਂ ਚੀਜ਼ਾਂ ਖਰੀਦਦਾ ਸੀਗਾ, ਜਿਹੜੀਆਂ ਮੇਰੀ ਇਨਕਮ ਵਧਣ ਹੋਣ ਕਰਕੇ ਸੀਗੀਆਂ, ਮੈਂ ਉਹ ਚੀਜ਼ਾਂ ਖਰੀਦਣੀਆਂ ਬੰਦ ਕਰ ਦੂੰਗਾ ਕਿਉਂਕਿ ਹੁਣ ਉਹ ਮੇਰੇ ਲਈ ਅਫੋਰਡੇਬਲ ਨਹੀਂ ਹੈਗੀਆਂ। ਤਾਂ ਇਸ ਚੀਜ਼ਾਂ ਦੇ ਅਕੋਰਡਿੰਗ ਅਸੀਂ ਇੱਕ ਕੰਜ਼ਿਊਮਰ ਦਾ ਬਿਹੇਵੀਅਰ ਚੈੱਕ ਕੀਤਾ ਜਾਂਦਾ ਇਕਨੋਮਿਕਸ ਦੇ ਵਿੱਚ। ਇਕਨੋਮਿਕਸ ਕੀ ਆ, ਇੱਕ ਤਰ੍ਹਾਂ ਦਾ ਸਾਇੰਸ ਆ ਵੀ ਜੇਕਰ ਅਸੀਂ ਉਹਦੇ 'ਤੇ ਐਕਸਪੈਰੀਮੈਂਟ ਕਰਕੇ ਦੇਖਦੇ ਹਾਂ ਵੀ ਜੇਕਰ ਸਾਨੂੰ ਉਹ ਚੀਜ਼ ਅਪਰੂਵਲ ਮਿਲਦੀ ਆ ਤਾਂ ਅਸੀਂ ਉਸ ਚੀਜ਼ ਨੂੰ ਇੰਪਲੀਮੈਂਟ ਕਰਦੇ ਹਾਂ, ਅਦਰਵਾਈਜ਼ ਨਹੀਂ ਕਰਦੇ। ਜਾਣੀ ਕਿ ਜਿਹੜੀ ਇਕਨੋਮਿਕਸ ਆ ਉਹ ਡਿਪੈਂਡ ਕਰਦੀ ਆ ਬੰਦੇ ਦੀ ਸੈਟਿਸਫੈਕਸ਼ਨ ਉੱਤੇ ਵੀ ਬੰਦਾ ਕਿਸ ਚੀਜ਼ ਦੇ ਉੱਤੇ ਸੈਟੀਸਫਾਈ ਹੋ ਜਾਂਦਾ। ਤਾਂ ਪੋਜ਼ੀਟਿਵ ਇਕੋਨਮੀ ਜਿਹੜੀ ਆ ਉਹ ਇੱਕ ਸਾਨੂੰ ਸਿੱਧਾ ਰਾਹ 'ਤੇ ਸਹੀ ਚੀਜ਼ ਦੱਸਦੀ ਆ ਵੀ ਜੇਕਰ ਉਹ ਉਸ ਦੇ ਉੱਤੇ ਇੰਪਲੀਮੈਂਟ ਹੁੰਦੀ ਆ ਤਾਂ ਉਹਨੂੰ ਇੰਪਲੀਮੈਂਟ ਕਰੋ, ਜੇਕਰ ਨਹੀਂ ਹੁੰਦੀ ਤਾਂ ਉਹਨੂੰ ਰਿਜੈਕਟ ਕਰ ਦਿਓ। ਤਾਂ ਇਹਨੂੰ ਕਿਹਾ ਜਾਂਦਾ ਪੋਜ਼ੀਟਿਵ ਇਕੋਨਮੀ। ਨੈਗੇਟਿਵ ਇਕੋਨਮੀ ਕੀ ਹੁੰਦੀ ਆ? ਇਹ ਸਿਰਫ ਵੈਲਿਊ ਜਜਮੈਂਟ ਦੇਖੀ ਜਾਂਦੀ ਆ। ਇਹ ਕੀ ਹੁੰਦੀ ਆ, ਇੱਕ ਸਬਜੈਕਟਿਵ ਟਾਈਪ ਹੁੰਦੀ ਆ। ਇਹਦੇ ਵਿੱਚ ਕੋਈ ਅਸੀਂ ਟੈਸਟ ਨਹੀਂ ਲੈਂਦੇ, ਇਹਦੇ ਵਿੱਚ ਜਸਟ ਅਸੀਂ ਕੀ ਆ ਓਪੀਨੀਅਨ ਦੇਖਦੇ ਹਾਂ ਵੀ ਇੱਕ ਬੰਦਾ ਦੂਸਰੇ ਬੰਦੇ ਬਾਰੇ ਕੀ ਸੋਚਦਾ ਵਾ ਅਤੇ ਅਸੀਂ ਸਿਰਫ ਉਹ ਫੈਕਟ ਨੂੰ ਚੱਕਦੇ ਹਾਂ, ਹੋਰ ਕੁਛ ਨਹੀਂ। ਅਸੀਂ ਉਹਨਾਂ ਉੱਤੇ ਕੋਈ ਟੈਸਟਿੰਗ ਨਹੀਂ ਕਰਦੇ, ਸਾਨੂੰ ਕੋਈ ਵੀ ਇਹ ਨਹੀਂ ਚੈੱਕ ਕੀਤਾ ਜਾਂਦਾ ਵੀ ਉਹ ਬੰਦੇ ਨੂੰ ਉਹ ਚੀਜ਼ ਵਧੀਆ ਵਾ ਕਿ ਘਟੀਆ ਵਾ। ਇਹ ਚੀਜ਼ਾਂ ਨਹੀਂ ਦੇਖੀਆਂ ਜਾਂਦੀਆਂ ਹੈਗੀਆਂ। ਤਾਂ ਇਸ ਕਰਕੇ ਜਿਹੜਾ ਇਹ ਨੈਗੇਟਿਵ ਇਕੋਨਮੀ ਆ ਅਤੇ ਪੋਜ਼ੀਟਿਵ ਇਕੋਨਮੀ ਨੇ ਦੋਹਾਂ ਨੂੰ ਪੜ੍ਹਾਈਆਂ ਜਾਂਦੀਆਂ ਨੇ ਕਿਉਂਕਿ ਸਾਰੇ ਕਿਤੇ ਪੋਜ਼ੀਟਿਵ ਇਕੋਨਮੀ ਨਹੀਂ ਯੂਜ਼ ਹੁੰਦੀ, ਕਿਤੇ ਕਿਤੇ ਕੀ ਆ ਨੈਗੇਟਿਵ ਇਕੋਨਮੀ ਵੀ ਯੂਜ਼ ਹੁੰਦੀ ਹੈ। ਜਿਵੇਂ ਕਿ ਐਗਜ਼ਾਮਪਲ ਦਿੱਤੀ ਗਈ ਆ ਵੀ ਪੋਲਿਊਸ਼ਨ ਜਿਹੜਾ ਵਾ ਉਹ ਮੋਸਟ ਸੀਰੀਅਸ ਪ੍ਰੋਬਲਮ ਆ, ਇਕਨੋਮਿਕ ਪ੍ਰੋਬਲਮ ਆ। ਹੁਣ ਇਕਨੋਮਿਕ ਪ੍ਰੋਬਲਮ ਕਿਵੇਂ ਹੋਈ? ਠੀਕ ਹੈ ਜੀ, ਹੁਣ ਇਹਦੇ 'ਤੇ ਕੋਈ ਟੈਸਟ ਨਹੀਂ ਕੀਤਾ ਜਾ ਸਕਦਾ ਵੀ ਪੋਲਿਊਸ਼ਨ ਕਿੱਦਾਂ ਇਫੈਕਟ ਕਰੇਗਾ ਜਾਂ ਸਾਨੂੰ ਉਹਦੇ ਉੱਤੇ ਇਹਦਾ ਵੇਸਟੇਜ ਆਫ ਮਨੀ ਆ ਕਿਉਂਕਿ ਸਾਨੂੰ ਪਤਾ ਵਾ ਵੀ ਜਿਹੜਾ ਪੋਲਿਊਸ਼ਨ ਹੁੰਦਾ ਵਾ ਤਾਂ ਉਹਦੇ ਉੱਤੇ ਗੌਰਮੈਂਟ ਦਾ ਖਰਚਾ ਬਹੁਤ ਜ਼ਿਆਦਾ ਹੋ ਜਾਂਦਾ। ਤੁਸੀਂ ਪਿੱਛੇ ਜੇ ਸੁਣਿਆ ਹੋਣਾ ਵੀ ਜਿਹੜੇ ਸਾਡੇ PM ਸੀਗੇ ਉਹਨਾਂ ਨੇ ਕੀ ਆ ਗੰਗਾ ਸਵੱਛ ਅਭਿਆਨ ਚਲਾਇਆ ਸੀ, ਜਿਹਦੇ ਵਿੱਚ ਕੀ ਸੀਗਾ ਵੀ ਗੰਗਾ ਜੀ ਨੂੰ ਸਾਫ਼ ਕੀਤਾ ਜਾਣਾ ਸੀਗਾ, ਉਹਦੇ ਵਿੱਚੋਂ ਜਿਹੜਾ ਗੰਦ ਜਾਂ ਕਬਾੜ ਸੀਗਾ ਉਸ ਚੀਜ਼ ਨੂੰ ਕੱਢਿਆ ਜਾਣਾ ਸੀ। ਤਾਂ ਇਸ ਦਾ ਮਤਲਬ ਕੀ ਸੀ, ਅਸੀਂ ਵਾਟਰ ਪੋਲਿਊਸ਼ਨ ਨੂੰ ਰੋਕਣਾ ਚਾਹੁੰਦੇ ਸੀ ਤਾਂ ਉਹਦੇ 'ਤੇ ਖਰਚਾ ਪੈਂਦਾ ਵਾ। ਤਾਂ ਇਹ ਚੀਜ਼ਾਂ ਕੀ ਸੀਗੀਆਂ, ਇਕਨੋਮਿਕ ਪ੍ਰੋਬਲਮ ਨੂੰ ਜਨਰੇਟ ਕਰਦੀਆਂ ਨੇ। ਇਹ ਸਿਰਫ ਸਾਡੀ ਜਜਮੈਂਟ ਦੇ ਅਕੋਰਡਿੰਗ ਨੇ ਵੀ ਜੇਕਰ ਅਸੀਂ ਪੋਲਿਊਸ਼ਨ ਦੇ ਉੱਤੇ ਕੰਟਰੋਲ ਕਰਨਾ ਤਾਂ ਓਬਵੀਅਸ ਆ ਵੀ ਗੌਰਮੈਂਟ ਦਾ ਖਰਚਾ ਜ਼ਰੂਰ ਹੋਏਗਾ ਉਸ ਚੀਜ਼ ਨੂੰ ਕੰਟਰੋਲ ਕਰਨ ਦੇ ਲਈ ਕਿਉਂਕਿ ਪੀਪਲਸ ਜਿਹੜੇ ਨੇ ਉਹ ਇੰਨੇ ਅਵੇਅਰ ਨਹੀਂ ਹੈਗੇ ਅਤੇ ਉਹ ਇਸ ਚੀਜ਼ਾਂ ਨੂੰ ਨਿਗਲੈਕਟ ਕਰਦੇ ਆ ਅਤੇ ਗੌਰਮੈਂਟ ਕੀ ਆ ਉਹਦੇ 'ਤੇ ਖਰਚਾ ਇਨਕਰੀਜ਼ ਕਰਦੀ ਆ ਤਾਂ ਜੋ ਕੀ ਆ ਪੋਲਿਊਸ਼ਨ ਨੂੰ ਕੰਟਰੋਲ ਕੀਤਾ ਜਾ ਸਕੇ। ਤਾਂ ਇੱਥੇ ਅਸੀਂ ਪੋਜ਼ੀਟਿਵ ਇਕੋਨਮੀ ਨਹੀਂ ਲਗਾ ਸਕਦੇ, ਹੁਣ ਇਹਦੇ 'ਤੇ ਟੈਸਟਿੰਗਸ ਨਹੀਂ ਕੀਤੀਆਂ ਜਾ ਸਕਦੀਆਂ। ਪਰ ਇੱਕ ਜਗ੍ਹਾ ਟੈਸਟਿੰਗ ਵੀ ਹੋਈਆਂ ਜਿਹਦੇ ਇੱਕ ਪੋਜ਼ੀਟਿਵ ਰਿਜ਼ਲਟ ਨਿਕਲ ਕੇ ਆਇਆ ਤਾਂ ਉੱਥੇ ਕੀ ਆ, ਮੈਂ ਜੋ ਐਗਜ਼ਾਮਪਲ ਇਹਨਾਂ ਦੀ ਦੇ ਕੇ ਤੁਹਾਨੂੰ ਇਹ ਕਲੀਅਰ ਕਰਨਾ ਚਾਹਾਂ ਤਾਂ ਮੈਂ ਇੱਕ ਐਗਜ਼ਾਮਪਲ ਦੇ ਸਕਦਾ ਵਾਂ। ਜਿਵੇਂ ਕਿ ਤੁਸੀਂ ਦੇਖਿਆ ਹੋਣਾ ਦਿੱਲੀ ਦੇ ਵਿੱਚ PM ਜਿਹੜੇ ਉਹਨਾਂ ਦੇ CM ਨੇ ਅਰਵਿੰਦ ਕੇਜਰੀਵਾਲ, ਉਹਨਾਂ ਨੇ ਇੱਕ ਫਾਰਮੂਲਾ ਅਲਾਓ ਕੀਤਾ ਸੀਗਾ ਦਿੱਲੀ ਦੇ ਵਿੱਚ ਪੋਲਿਊਸ਼ਨ ਕੰਟਰੋਲ ਕਰਨ ਦੇ ਲਈ। ਉਹਨਾਂ ਨੇ ਈਵਨ ਆਡ ਦਾ ਫਾਰਮੂਲਾ ਲਗਾਇਆ ਸੀ। ਉਹਨਾਂ ਨੇ ਡੇਜ਼ ਵੰਡੇ ਹੋਏ ਸੀਗੇ ਵੀ ਇਹਦੇ ਵਿੱਚ ਈਵਨਸ ਗੱਡੀਆਂ ਆਉਣਗੀਆਂ ਅਤੇ ਇਹਦੇ ਵਿੱਚ ਆਡ ਗੱਡੀਆਂ ਆਉਣਗੀਆਂ ਤਾਂ ਇਹਦੇ ਨਾਲ ਜਿਹੜਾ ਪੋਲਿਊਸ਼ਨ ਲੈਵਲ ਸੀ ਉਹ ਘਟ ਗਿਆ। ਤਾਂ ਇਹ ਕੀ ਆ, ਟੈਸਟ ਕੀਤਾ ਸੀ ਉਹਨਾਂ ਨੇ। ਇਹ ਕੀ ਆ, ਇੱਕ ਪੋਜ਼ੀਟਿਵ ਇਕੋਨਮੀ ਆ। ਪਰ ਇਹ ਨੈਗੇਟਿਵ ਇਕੋਨਮੀ ਜਿਵੇਂ ਸਾਡੇ ਪੰਜਾਬ ਦੇ ਵਿੱਚ ਉਹਨਾਂ ਨੇ ਕੋਈ ਰੂਲ ਰੈਗੂਲੇਸ਼ਨ ਨਹੀਂ ਲਗਾਈ ਹੋਈ, ਬਸ ਇੱਕ ਬੋਰਡਸ ਬਣਾ ਕੇ ਰੱਖੇ ਹੋਏ ਨੇ ਵੀ ਪੋਲਿਊਸ਼ਨ ਕੰਟਰੋਲ ਬੋਰਡਸ। ਸਿਰਫ ਉਹ ਕੀ ਆ, ਸਿਰਫ ਪੋਲਿਊਸ਼ਨ ਨੂੰ ਕੰਟਰੋਲ ਕਰਨ ਬਾਰੇ ਹੀ ਸੋਚਦੇ ਨੇ। ਉਹਨਾਂ ਨੇ ਕਦੀ ਇੱਦਾਂ ਦੀ ਟੈਸਟਿੰਗ ਕਰਨ ਦੀ ਕਦੀ ਕੋਸ਼ਿਸ਼ ਹੀ ਨਹੀਂ ਕੀਤੀ ਵੀ ਸਾਨੂੰ ਕੀ ਆ ਈਵਨ ਆਡ ਫਾਰਮੂਲਾ ਲਗਾਉਣਾ ਚਾਹੀਦਾ ਜਾਂ ਕੀ ਆ ਪਬਲਿਕ ਕਨਵਿੰਸ ਜ਼ਿਆਦਾ ਯੂਜ਼ ਕਰਨੇ ਚਾਹੀਦੇ ਆ। ਇਹ ਚੀਜ਼ਾਂ ਉੱਤੇ ਕਦੀ ਜ਼ੋਰ ਹੀ ਨਹੀਂ ਦਿੱਤਾ। ਤਾਂ ਕਰਕੇ ਸਾਡੇ ਜਿਹੜੀ ਪੰਜਾਬ ਦੇ ਵਿੱਚ ਆ ਉਹ ਕੀ ਯੂਜ਼ ਕੀਤੀ ਜਾਂਦੀ ਹੈ, ਨੈਗੇਟਿਵ ਇਕੋਨਮੀ ਯੂਜ਼ ਕੀਤੀ ਜਾਂਦੀ ਹੈ। ਪੋਜ਼ੀਟਿਵ ਇਕੋਨਮੀ ਦਿੱਲੀ ਦੇ ਵਿੱਚ ਯੂਜ਼ ਹੁੰਦੀ ਹੈ। ਆਈ ਹੋਪ ਤੁਹਾਨੂੰ ਇਹ ਕਲੀਅਰ ਹੋ ਗਿਆ ਹੋਵੇਗਾ।
ਨੈਕਸਟ ਚੱਲਦੇ ਹਾਂ ਵੀ ਵਟ ਇਜ਼ ਇਕੋਨਮੀ, ਵੀ ਇਕੋਨਮੀ ਕੀ ਹੁੰਦੀ ਆ। ਅਸੀਂ ਗੱਲ ਕਰੀ ਜਾਂਦੇ ਨੇ ਇਕਨੋਮਿਕਸ, ਇਕੋਨਮੀ ਇਹ ਕੀ ਨੇ, ਇਹ ਸਾਨੂੰ ਕਿਉਂ ਪੜ੍ਹਨੀਆਂ ਪੈਂਦੀਆਂ ਨੇ, ਜਾਂ ਸਾਡਾ ਇਹਦੇ ਵਿੱਚ ਕੀ ਇਨਵੋਲਵਮੈਂਟ ਆ, ਵੀ ਸਾਡੇ ਲਈ ਜ਼ਰੂਰੀ ਨੇ ਕਿ ਨਹੀਂ ਹੈਗੇ। ਤਾਂ ਇਸ ਦਾ ਆਨਸਰ ਜਿਹੜਾ ਅਸੀਂ ਇਸ ਚੀਜ਼ ਨਾਲ ਡਿਸਕਸ ਕਰਕੇ ਕਰਾਂਗੇ। ਜਿਵੇਂ ਕਿ ਇਹਨਾਂ ਨੇ ਐਗਜ਼ਾਮਪਲ ਜਾਂ ਇਹਦੀ ਡੈਫੀਨੇਸ਼ਨ ਦਿੱਤੀ ਆ। An economy is a system of making trading things of their values. It is usually divided into their goods, physical things, and service things done by their people. It assumes there is a medium of exchange, which is to the modern words is the system of finance. This makes trade possible। ਵੀ ਜਿਹੜਾ ਇਕੋਨਮੀ ਹੁੰਦੀ ਆ, ਇਕੋਨਮੀ ਕੀ ਹੁੰਦੀ ਆ, ਇਹ ਚੀਜ਼ਾਂ ਨੂੰ ਬਣਾਉਣਾ ਅਤੇ ਉਹਨਾਂ ਦੀ ਟ੍ਰੇਡਿੰਗ ਕਰਨਾ ਉਹਨਾਂ ਦੀ ਵੈਲਿਊਜ਼ ਦੇ ਉੱਤੇ। ਜਿਵੇਂ ਕਿ ਹੁਣ ਮੈਂ ਕੋਈ ਚੀਜ਼ ਬਣਾਈ, ਸਿਰਫ ਬਣਾ ਕੇ ਨਹੀਂ ਛੱਡ ਦਿੱਤਾ ਜਾਂਦਾ, ਉਹਦੇ ਉੱਤੇ ਅਸੀਂ ਜਾਂਦੇ ਹਾਂ ਵੀ ਉਹਦੀ ਵੈਲਿਊ ਨੂੰ ਚੈੱਕ ਕਰਦੇ ਹਾਂ, ਫਿਰ ਉਹਨੂੰ ਡਿਸਟਰੀਬਿਊਟ ਕੀਤਾ ਜਾਂਦਾ ਲੋਕਾਂ ਤੱਕ ਅਤੇ ਉਹਨਾਂ ਨੂੰ ਸਰਵਿਸ ਪ੍ਰੋਵਾਈਡ ਕੀਤੀ ਜਾਂਦੀ ਆ। ਤਾਂ ਇਹ ਕੀ ਹੁੰਦਾ, ਮੀਡੀਅਮ ਆਫ ਐਕਸਚੇਂਜ ਹੁੰਦਾ। ਅਸੀਂ ਇੱਕ ਚੀਜ਼ ਨੂੰ ਦੂਸਰੇ ਜਣੇ ਨਾਲ ਚੀਜ਼ ਨੂੰ ਐਕਸਚੇਂਜ ਕਰਦੇ ਹਾਂ। ਜਿਵੇਂ ਫੋਰ ਐਗਜ਼ਾਮਪਲ ਅਸੀਂ ਕੀ ਆ, ਇੱਕ ਸ਼ਾਪਕੀਪਰ ਕੋਲ ਜਾਂਦੇ ਹਾਂ, ਜਿਹੜੀ ਮੈਨੂੰ ਪਸੰਦੀਦਾ ਚੀਜ਼ ਆ, ਮੰਨ ਲਓ ਵੀ ਕੋਈ ਵੀ, ਜਿਵੇਂ ਮੈਗੀ ਲੈਣ ਚਲੇ ਗਏ, ਤਾਂ ਮੈਨੂੰ ਉਸ ਚੀਜ਼ ਦੀ ਨੀਡ ਆ, ਜਾਂ ਫਿਰ ਕਹਿ ਦਿਓ ਵੀ ਮੈਨੂੰ ਉਸ ਚੀਜ਼ ਨੂੰ ਜ਼ਰੂਰਤ ਆ, ਤਾਂ ਮੈਂ ਉਹਨੂੰ ਉਹ ਪੈਸੇ ਦਊਂਗਾ ਸ਼ਾਪਕੀਪਰ ਨੂੰ, ਤਾਂ ਉਹ ਮੈਨੂੰ ਉਹਦੇ ਬਦਲੇ ਕੀ ਦੇ ਦੇਗਾ, ਚੀਜ਼ ਦੇ ਦੇਗਾ। ਇਹਨੂੰ ਕਿਹਾ ਜਾਂਦਾ ਮੀਡੀਅਮ ਆਫ ਐਕਸਚੇਂਜ। ਕਿਸੇ ਚੀਜ਼ ਨੂੰ ਪੈਸੇ ਦੇ ਬਦਲੇ ਜਾਂ ਰਦਰ ਦੈਨ ਮਨੀ ਵੀ ਅਸੀਂ ਉਹਨੂੰ ਐਕਸਚੇਂਜ ਕਰ ਲੈਂਦੇ ਹਾਂ, ਤਾਂ ਉਹਨੂੰ ਅਸੀਂ ਕਹਿੰਦੇ ਹਾਂ ਮੀਡੀਅਮ ਆਫ ਐਕਸਚੇਂਜ ਕਿਹਾ ਜਾਂਦਾ ਵਾ। ਤਾਂ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਇਹ ਸਿਸਟਮ ਆਫ ਫਾਈਨੈਂਸ ਆ ਜਿਹੜਾ ਉਹ ਜ਼ਿਆਦਾਤਰ ਯੂਜ਼ ਕੀਤਾ ਜਾਂਦਾ ਵਾ। ਤਾਂ ਇਸੇ ਕਰਕੇ ਹੀ ਸਾਡੇ ਟ੍ਰੇਡ ਪੋਸੀਬਲ ਹੋ ਸਕੇ ਨੇ। ਇਹ ਤੋਂ ਬਿਨਾਂ ਅਸੀਂ ਆਪਣੇ ਟ੍ਰੇਡ ਨੂੰ ਪੋਸੀਬਲ ਨਹੀਂ ਕੀਤਾ ਜਾ ਸਕਦਾ। ਨੈਕਸਟ ਹੈਗਾ ਵਾ ਟਾਈਪਸ ਆਫ ਟੂ ਦੀ ਇਕੋਨਮੀ। ਇਕੋਨਮੀ ਕਿੰਨੇ ਤਰ੍ਹਾਂ ਦੀਆਂ ਹੁੰਦੀਆਂ ਨੇ। ਜੇਕਰ ਗੱਲ ਕਰੀਏ ਤਾਂ ਇਕੋਨਮੀ 3 ਪਾਰਟਸ ਦੇ ਵਿੱਚ ਵੰਡੀਆਂ ਗਈਆਂ ਨੇ। ਕੰਟਰੋਲਡ ਜਾਂ ਸੈਂਟਰਲ ਪਲੈਨਡ ਇਕੋਨਮੀ, ਮਿਕਸਡ ਇਕੋਨਮੀ, ਮਾਰਕੀਟ ਇਕੋਨਮੀ। ਹੁਣ ਜਿਹੜੀ ਕੰਟਰੋਲਡ ਇਕੋਨਮੀ ਕਿਹੜੀ ਹੋਏਗੀ, ਉਹ ਇਕੋਨਮੀ ਜਿਹਦੇ ਵਿੱਚ ਕੀ ਆ ਵੀ ਸਾਰਾ ਜਿਹੜਾ ਕੰਟਰੋਲ ਹੋਏਗਾ ਉਹ ਗੌਰਮੈਂਟ ਦੇ ਅੰਡਰ ਹੋਏਗਾ। ਉਹਨਾਂ ਨੇ ਕਿਸੇ ਨੂੰ ਵੀ ਰਿਲੀਫ ਨਹੀਂ ਦਿੱਤਾ ਹੋਇਆ, ਅਤੇ ਉਹ ਜਿੰਨੇ ਵੀ ਡਿਸੀਜ਼ਨ ਟੇਕ ਕਰੇਗੀ ਤਾਂ ਉਹ ਕੌਣ ਆ, ਗੌਰਮੈਂਟ ਟੇਕ ਕਰਦੀ ਹੈ। ਜੇਕਰ ਅਸੀਂ ਇੰਡੀਆ ਦੀ ਗੱਲ ਕਰੀ ਜਾਈਏ ਤਾਂ ਇੰਡੀਆ ਇਹਨਾਂ ਵਿੱਚੋਂ ਮਿਕਸਡ ਇਕੋਨਮੀ ਦੇ ਵਿੱਚ ਆਉਂਦੀ ਆ। ਉਹ ਕਦੇ ਵੀ ਕੰਟਰੋਲਡ, ਜਾਣੀ ਕਿ ਪੂਰਾ ਜਿਹੜਾ ਕੰਟਰੋਲ ਆ ਉਹ ਗੌਰਮੈਂਟ ਦੇ ਹੱਥ ਨਹੀਂ ਹੈਗਾ, ਪਬਲਿਕ ਦੇ ਹੱਥ ਵੀ ਆ, ਪਲੱਸ ਪ੍ਰਾਈਵੇਟ ਸੈਕਟਰ ਦੇ ਵੀ ਹੱਥ 'ਤੇ ਆ। ਤਾਂ ਇਸ ਕਰਕੇ ਅਸੀਂ ਉਹਨੂੰ ਪਲੈਨਡ ਜਾਂ ਸੈਂਟਰਲ ਇਕੋਨਮੀ ਨਹੀਂ ਕਹਿ ਸਕਦੇ ਹੈਗੇ। ਜੇਕਰ ਸੈਂਟਰਲ ਇਕੋਨਮੀ ਦੀ ਗੱਲ ਕੀਤੀ ਜਾਵੇ ਤਾਂ ਜਿਹੜਾ ਸਾਰਾ ਕੰਟਰੋਲ ਜੇਕਰ ਦੇਖਿਆ ਜਾਵੇ ਤਾਂ ਚਾਈਨਾ ਦਾ ਮੇਬੀ ਉਹ ਕੀ ਆ, ਸੈਂਟਰਲ ਪਲੈਨਡ ਇਕੋਨਮੀ ਆ। ਵੀ ਉਹ ਕੀ ਆ, ਉਹਦੇ ਵਿੱਚ ਇੱਕ ਸੈਂਟਰ ਜਿਹੜੀ ਗੌਰਮੈਂਟ ਆ ਉਹੀ ਸਾਰੇ ਡਿਸੀਜ਼ਨ ਟੇਕ ਕਰਦੀ ਹੈ, ਅਤੇ ਉਹ ਤੋਂ ਬਿਯੋਂਡ ਕੋਈ ਵੀ ਪਰਸਨ ਆਪਣੇ ਆਪ ਕੋਈ ਵੀ ਡਿਸੀਜ਼ਨ ਨਹੀਂ ਲੈ ਸਕਦਾ। ਮਾਰਕੀਟ ਇਕੋਨਮੀ, ਮਾਰਕੀਟ ਇਕੋਨਮੀ ਉਹ ਇਕੋਨਮੀ ਹੁੰਦੀ ਹੈ ਜਿਹਦੇ ਵਿੱਚ ਅਸੀਂ ਕੀ ਆ, ਸਿਰਫ ਮਾਰਕੀਟ ਦੇ ਰਿਲੇਟਡ, ਜਾਣੀ ਕਿ ਆਪਣੇ ਆਪ ਨੂੰ ਵਾਈਡਰ ਕਰਨ ਦੇ ਬਾਰੇ ਸੋਚਦੇ ਹਾਂ ਵੀ ਅਸੀਂ ਕੀ ਆ, ਆਪਣੀ ਮਾਰਕੀਟ ਨੂੰ ਐਕਸਪੈਂਡ ਕੀਤਾ ਜਾਵੇ। ਅਸੀਂ ਸਿਰਫ ਇੱਕ ਲੋਕਲ ਏਰੀਏ ਦੇ ਵਿੱਚ ਹੀ ਨਾ ਰਹਿ ਜਾਈਏ, ਸਾਡੀ ਜਿਹੜੀ ਵੈਲਿਊ ਆ ਉਹ ਬਾਹਰ ਵੀ, ਜਾਂ ਕਿਤੇ ਸਾਡੇ ਲੋਕਲ ਏਰੀਏ ਤੋਂ ਵੀ ਬਾਹਰ ਸਾਡੀ ਜਿਹੜੀ ਰੈਪੂਟੇਸ਼ਨ ਆ ਉਹ ਕ੍ਰੀਏਟ ਹੋ ਜਾਵੇ। ਫੋਰ ਐਗਜ਼ਾਮਪਲ ਜਿਹੜਾ ਵਾ ਰਿਲਾਇੰਸ ਇੰਡਸਟਰੀ ਉਹ ਸਿਰਫ ਸਾਡੇ ਇੰਡੀਆ ਦੀ ਟੈਰੀਟਰੀ ਦੇ ਅੰਦਰ ਨਹੀਂ ਸੀਮਿਤ ਹੈਗੀ, ਉਹ ਕੀ ਆ, ਬਿਯੋਂਡ ਆਫ ਦੀ ਟੈਰੀਟਰੀ ਵੀ ਆ, ਜਾਣੀ ਕਿ ਉਹਨੂੰ ਪੂਰੇ ਵਰਲਡ ਦੇ ਵਿੱਚ ਜਾਣਿਆ ਜਾਂਦਾ। ਰਿਲਾਇੰਸ ਇੰਡਸਟਰੀ, ਟਾਟਾ ਇੰਡਸਟਰੀਜ਼, ਦੀਜ਼ ਟੂ ਇੰਡਸਟਰੀਜ਼ ਆਰ ਦੀ ਐਗਜ਼ਾਮਪਲ ਆਫ ਟੂ ਦੀ market economy, because it will be increase their awareness and their all the business all around of the world, so that's why it is called to the market economy। ਨੈਕਸਟ ਹੈਗਾ ਵਾ ਮਿਕਸਡ ਇਕੋਨਮੀ। ਮਿਕਸਡ ਇਕੋਨਮੀ ਨੂੰ ਕਿਹਾ ਜਾਂਦਾ ਸੋਸ਼ਲਿਸਟ ਇਕੋਨਮੀ, ਕੈਪੀਟਲਿਸਟ ਅਤੇ ਲੇਬਰ ਇਕੋਨਮੀ। ਵੀ ਇਹ ਤਿੰਨੀ ਚੀਜ਼ਾਂ ਦਾ ਜਿਹੜਾ ਮਿਕਸਚਰ ਹੁੰਦਾ ਉਹਨੂੰ ਮਿਕਸਡ ਇਕੋਨਮੀ ਕਿਹਾ ਜਾਂਦਾ। ਜਾਂ ਤੁਸੀਂ ਕਹਿ ਦਿਓ ਵੀ ਸੈਂਟਰਲ ਅਤੇ ਮਾਰਕੀਟ ਜਿਹੜੀ ਇਕੋਨਮੀ ਨੇ ਉਹਨਾਂ ਦੋਹਾਂ ਦਾ ਜਿਹੜਾ ਸਮ ਹੁੰਦਾ ਵਾ ਉਹਨੂੰ ਅਸੀਂ ਕੀ ਕਹਿੰਦੇ ਹਾਂ, ਮਿਕਸਡ ਇਕੋਨਮੀ ਕਹਿੰਦੇ ਹਾਂ। ਤਾਂ ਇੰਡੀਆ ਜਿਹੜੀ ਉਹ ਇੱਕ ਮਿਕਸਡ ਇਕੋਨਮੀ ਆ। ਇਹਦੇ ਵਿੱਚ ਗੌਰਮੈਂਟ ਦਾ ਵੀ ਰੋਲ ਆ ਅਤੇ ਪਲੱਸ ਪ੍ਰਾਈਵੇਟ ਸੈਕਟਰ ਦਾ ਵੀ ਰੋਲ ਆ, ਅਤੇ ਇਹ ਆਪਣੇ ਆਪ ਨੂੰ ਵਾਈਡ ਕਰਨ ਦੇ ਬਾਰੇ ਵੀ ਸੋਚ ਰਹੀ ਆ। ਤਾਂ ਇਸ ਕਰਕੇ ਕੀ ਆ, ਇਹਨੂੰ ਮਿਕਸਡ ਇਕੋਨਮੀ ਕਿਹਾ ਜਾਂਦਾ ਵਾ। ਨੈਕਸਟ ਹੈ ਸਾਡੇ ਕੋਲ ਸੈਂਟਰਲ ਇਕੋਨਮੀ। ਵੀ ਸੈਂਟਰਲ ਇਕੋਨਮੀ ਦੇ ਵਿੱਚ ਜਿਹੜੇ ਪ੍ਰੋਬਲਮਸ ਆਉਂਦੀਆਂ ਨੇ ਉਹ ਕਿਹੜੀਆਂ ਹੁੰਦੀਆਂ ਨੇ। ਫਸਟ ਪ੍ਰੋਬਲਮ ਹੁੰਦੀ ਆ ਹਾਊ ਟੂ ਪ੍ਰੋਡਿਊਸ, ਵੀ ਅਸੀਂ ਕਿਵੇਂ ਪ੍ਰੋਡਿਊਸ ਕਰੀਏ, ਵਟ ਟੂ ਪ੍ਰੋਡਿਊਸ, ਕੀ ਪ੍ਰੋਡਿਊਸ ਕਰੀਏ, ਫॉर ਵੂਮ ਟੂ ਪ੍ਰੋਡਿਊਸ, ਕਿਹਦੇ ਲਈ ਪ੍ਰੋਡਿਊਸ ਕਰੀਏ। ਇਹ ਤਿੰਨ ਜਿਹੜੀਆਂ ਚੀਜ਼ਾਂ ਨੇ ਬਹੁਤ ਜ਼ਿਆਦਾ ਇੰਪੋਰਟੈਂਟ ਚੀਜ਼ਾਂ ਨੇ, ਵੀ ਜਿਹੜੀਆਂ ਪ੍ਰੋਬਲਮ ਫੇਸ ਆਊਟ ਕਰਨੀਆਂ ਪੈਂਦੀਆਂ ਨੇ ਇੱਕ ਪ੍ਰੋਡਕਸ਼ਨ ਸੈਕਟਰ ਨੂੰ, ਇੱਕ ਮੈਨੂਫੈਕਚਰਿੰਗ ਸੈਕਟਰ ਨੂੰ। ਵੀ ਉਹ ਕਿਸ ਚੀਜ਼ ਦੇ ਲਈ ਉਹ ਕੀ ਚੀਜ਼ਾਂ ਬਣਾਵੇ, ਕਿਹਨੂੰ ਦਵੇ ਅਤੇ ਕਿਉਂ ਬਣਾਵੇ। ਇਹ ਚੀਜ਼ਾਂ ਦੇ ਬਾਰੇ ਅੱਜ ਅਸੀਂ ਗੱਲ ਕਰਾਂਗੇ। ਸਟਾਰਟ ਕਰਦੇ ਹਾਂ ਵਟ ਟੂ ਪ੍ਰੋਡਿਊਸ, ਵੀ ਸਾਨੂੰ ਕੀ ਪ੍ਰੋਡਿਊਸ ਕਰਨਾ ਚਾਹੀਦਾ। ਸਭ ਤੋਂ ਵੱਡੀ ਪ੍ਰੋਬਲਮ ਇਹ ਆ, ਜੇਕਰ ਮੈਂ ਨਿਊ ਸਟਾਰਟਅਪ ਬਿਜ਼ਨਸ ਕਰ ਰਿਹਾ ਵਾਂ ਤਾਂ ਮੈਂ ਕੀ ਆ, ਮੇਰੇ ਲਈ ਇੱਕ ਸਭ ਤੋਂ ਵੱਡੀ ਪ੍ਰੋਬਲਮ ਇਸ ਚੀਜ਼ ਦੀ ਆ ਵੀ ਮੈਂ ਕਿਹੜੀ ਗੁਡਸ ਨੂੰ ਸਿਲੈਕਟ ਕਰਾਂ, ਉਹਦੀ ਕੁਆਲਿਟੀ ਕਿੰਨੀ ਰੱਖਾਂ, ਮੈਂ ਕਿਹੜੇ ਸੈਕਟਰ ਨੂੰ
ਕੀ ਆ ਉਹਨੂੰ ਹਿੱਟ ਕਰਨਾ ਚਾਹੁੰਦਾ ਵਾ, ਜਿਵੇਂ ਮਿਡਲ ਕਲਾਸ, ਅੱਪਰ ਕਲਾਸ ਜਾਂ ਲੋਅਰ ਕਲਾਸ, ਮੈਂ ਕਿਸ ਚੀਜ਼ ਦੇ ਲਈ ਪ੍ਰੋਡਕਟ ਬਣਾਊਂਗਾ, ਪ੍ਰੋਡਕਟ ਦੀ ਸਿਲੈਕਸ਼ਨ ਕਿੰਨੀ ਹੋਊਗੀ, ਮੇਰੇ ਕੋਲ ਰਿਸੋਰਸ ਕਿੱਦਾਂ ਦੇ ਨੇ, ਮੇਰੀ ਗੁੱਡਸ ਕਿੱਦਾਂ ਦੀ ਬਣ ਕੇ ਆਊਗੀ, ਉਹਨੂੰ ਕਿਹੜੇ ਯੂਜ਼ ਕਰਨਗੇ ਅਤੇ ਕਿਹੜੇ ਨਹੀਂ ਯੂਜ਼ ਕਰਨਗੇ। ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਕੀ ਆ ਇਹਦੇ ਵਿੱਚ ਲੈ ਕੇ ਆਉਂਦੇ ਹਾਂ। ਤਾਂ ਇਹ ਸਭ ਤੋਂ ਵੱਡੀ ਪ੍ਰੋਬਲਮ ਬਣਦੀ ਹੈ ਜੇਕਰ ਕਿਸੇ ਬੰਦੇ ਨੇ ਇੱਕ ਨਿਊ ਬਿਜ਼ਨਸ ਸਟਾਰਟ ਕਰਨਾ ਹੁੰਦਾ। ਜਿਵੇਂ ਐਗਜ਼ਾਮਪਲ ਆ ਵੀ ਅਸੀਂ ਪ੍ਰੋਡਕਸ਼ਨ ਆਫ ਦੀ ਮੋਰ ਸ਼ੂਗਰ ਇਜ਼ ਪੋਸੀਬਲ ਓਨਲੀ ਬਾਈ ਦੀ ਰਿਡਿਊਸ਼ਨ ਆਫ ਦੀ ਪ੍ਰੋਡਕਸ਼ਨ ਆਫ ਟੂ ਦੀ ਅਦਰ ਗੁੱਡਸ। ਕਹਿੰਦੇ ਵੀ ਜੇਕਰ ਤੁਸੀਂ ਸ਼ੂਗਰ ਦੀ ਪ੍ਰੋਡਕਸ਼ਨ ਨੂੰ ਵਧਾਉਣਾ ਚਾਹੁੰਦੇ ਹੋ ਤਾਂ ਸਭ ਤੋਂ ਵਧੀਆ ਤਰੀਕਾ ਕੀ ਆ ਵੀ ਜਿਹੜੀਆਂ ਹੋਰ ਚੀਜ਼ਾਂ ਜਿਹੜੀਆਂ ਸ਼ੂਗਰ ਦੇ ਅਲਟਰਨੇਟਿਵਸ ਨੇ ਉਹਨਾਂ ਨੂੰ ਘਟਾ ਦਿੱਤਾ ਜਾਵੇ। ਤਾਂ ਇਹ ਪ੍ਰੋਡਕਸ਼ਨ ਆਫ ਟੂ ਦੀਆਂ ਮੋਰ ਵਾਰਸ ਗੁੱਡਸ ਇਜ਼ ਪੋਸੀਬਲ ਓਨਲੀ ਬਾਈ ਦੀ ਰਿਡਿਊਸ਼ਨ ਆਫ ਟੂ ਦੀ ਪ੍ਰੋਡਕਸ਼ਨ ਇਨ ਟੂ ਦੀ ਸਿਵਲ ਗੁੱਡਸ। ਸੋ ਦੈਟਸ ਵਾਸ ਟੂ ਦੀ ਬੇਸਿਸ ਆਫ ਟੂ ਦੀ ਇੰਪੋਰਟੈਂਸ ਆਫ ਦੀ ਵੇਰੀਅਸ ਗੁੱਡਸ। ਕਹਿੰਦੇ ਜੇਕਰ ਤੁਸੀਂ ਕੀ ਆ ਵਾਰ ਦੀਆਂ ਚੀਜ਼ਾਂ ਨੂੰ ਘਟਾਉਣਾ ਚਾਹੁੰਦੇ ਹੋ, ਪ੍ਰੋਡਕਸ਼ਨ ਨੂੰ ਵਧਾਉਣਾ ਚਾਹੁੰਦੇ ਹੋ, ਤਾਂ ਤੁਸੀਂ ਕੀ ਆ ਜਿਹੜੀਆਂ ਸਿਵਲ ਗੁੱਡਸ ਬਣ ਰਹੀਆਂ ਨੇ, ਜਿਹੜੇ ਕਿ ਲੋਕਾਂ ਦੀ ਭਲਾਈ ਦੇ ਲਈ ਸ਼ਾਂਤੀਮਈ ਢੰਗ ਨਾਲ ਬਣ ਰਹੀਆਂ ਨੇ, ਉਹਨਾਂ ਚੀਜ਼ਾਂ ਨੂੰ ਖਤਮ ਕਰ ਦਿਓ ਤਾਂ ਤੁਹਾਡਾ ਕੀ ਆ ਵਾਰ ਦੀ ਸਿਚੁਏਸ਼ਨ ਦੇ ਲਈ ਜਾਂ ਵਾਰ ਦੀਆਂ ਗੁੱਡਸ ਬਣਨੀਆਂ ਤਿਆਰ ਹੋ ਜਾਣਗੀਆਂ। ਤਾਂ ਇਹ ਚੀਜ਼ਾਂ ਨੇ ਜਿਹੜੀਆਂ ਕਿ ਇੱਕ ਪਰਸਨ ਨੂੰ ਇਫੈਕਟ ਕਰਦੀਆਂ ਨੇ। ਮੇਰਾ ਮਾਰਕੀਟ ਦਾ ਸਾਈਜ਼ ਕੀ ਆ, ਮੇਰੇ ਕਿੰਨੇ ਕੰਪੀਟੀਟਰ ਨੇ, ਇਹ ਸਾਰੀਆਂ ਪ੍ਰੋਬਲਮਸ ਅਰਾਈਜ਼ ਹੁੰਦੀਆਂ ਨੇ ਜਦੋਂ ਅਸੀਂ ਕੋਈ ਵੀ ਚੀਜ਼ ਦੀ ਪ੍ਰੋਡਕਸ਼ਨ ਸਟਾਰਟ ਕਰਦੇ ਹਾਂ। ਆਈ ਹੋਪ ਤੁਹਾਨੂੰ ਇਹ ਕਲੀਅਰ ਹੋ ਗਿਆ ਹੋਵੇਗਾ। ਨੈਕਸਟ ਹੈਗਾ ਹਾਊ ਟੂ ਪ੍ਰੋਡਿਊਸ। ਮੈਂ ਹੁਣ ਇਹਨੂੰ ਕਿਵੇਂ ਬਣਾਵਾਂ। ਮੈਂ ਹੁਣ ਇੱਕ ਚੀਜ਼ ਡਿਸਾਈਡ ਕਰ ਲਈ ਵੀ ਮੈਂ ਕੀ ਆ ਪਰਟੀਕੂਲਰ ਪ੍ਰੋਡਕਟ ਬਣਾ ਰਿਹਾ। ਮੰਨ ਲਓ ਵੀ ਮੈਂ ਸੋਚ ਲਿਆ ਵੀ ਮੈਂ ਅੱਜ ਸ਼ੂ ਦਾ ਜਿਹੜਾ ਬ੍ਰਾਂਡ ਆ ਮੈਂ ਉਹਦੇ ਰਿਲੇਟਡ ਆਪਣੀ ਜਿਹੜੀ ਪ੍ਰੋਡਕਸ਼ਨ ਆ ਉਹ ਸਟਾਰਟ ਕਰਨਾ ਚਾਹੁੰਦਾ ਵਾ। ਹੁਣ ਮੇਰੇ ਕੋਲ ਚੀਜ਼ਾਂ ਸਟਾਰਟ ਹੋ ਗਈਆਂ, ਬਟ ਹੁਣ ਮੇਰੇ ਕੋਲ ਮੇਨ ਪ੍ਰੋਬਲਮ ਕੀ ਆ ਰਹੀ ਆ, ਮੈਂ ਗੁੱਡਸ ਅਤੇ ਸਰਵਿਸਿਜ਼ ਕਿਹੜੀਆਂ ਚੀਜ਼ਾਂ ਨੂੰ ਚੂਜ਼ ਕਰਾਂ, ਉਹਨੂੰ ਕਿਹੜੇ ਵੇ ਦੇ ਨਾਲ, ਕਿਹੜੀ ਟੈਕਨੀਕ ਨੂੰ ਯੂਜ਼ ਕਰਕੇ ਉਹਦੀ ਪ੍ਰੋਡਕਸ਼ਨ ਕਰਾਂ। ਹੁਣ ਜਿਹੜੀਆਂ ਸਾਡੇ ਕੋਲ ਟੈਕਨੀਕਸ ਨੇ, ਜਿਹੜਾ ਮੈਂ ਰੈੱਡ ਕਲਰ ਦੇ ਵਿੱਚ ਦੱਸੀਆਂ ਨੇ, ਇੰਪੋਰਟੈਂਟ ਨੇ ਵੀ। ਦੋ ਤਰ੍ਹਾਂ ਦੀਆਂ ਟੈਕਨੀਕਸ ਯੂਜ਼ ਹੁੰਦੀਆਂ ਨੇ। ਇੱਕ ਹੁੰਦੀ ਆ ਲੇਬਰ ਇੰਟੈਂਸਿਵ, ਵੀ ਜਾਣੀ ਕਿ ਅਸੀਂ ਲੇਬਰ ਤੋਂ ਯੂਜ਼ ਕਰਕੇ, ਜਾਣੀ ਕਿ ਲੇਬਰ ਦੇ ਹੱਥੋਂ ਹੀ ਉਹ ਚੀਜ਼ਾਂ ਨੂੰ ਬਣਵਾਈਏ, ਜਿਹਨੂੰ ਹੈਂਡਮੇਡ ਕਿਹਾ ਜਾਂਦਾ ਵਾ। ਨੈਕਸਟ ਹੈਗਾ ਕੈਪੀਟਲ ਇੰਟੈਂਸਿਵ, ਜਾਣੀ ਕਿ ਕੀ ਆ ਮੈਂ ਪੈਸੇ ਲਾਵਾਂ, ਮਸ਼ੀਨਰੀ ਲੈ ਕੇ ਆਵਾਂ ਅਤੇ ਮਸ਼ੀਨਰੀ ਦੇ ਥਰੂ ਉਹ ਚੀਜ਼ਾਂ ਬਣਵਾਵਾਂ। ਤਾਂ ਇਹ ਜਿਹੜੀਆਂ ਦੋ ਪ੍ਰੋਬਲਮਸ ਫਿਰ ਅਰਾਈਜ਼ ਹੁੰਦੀਆਂ ਨੇ ਵੀ ਮੈਂ ਚੀਜ਼ਾਂ ਕਿਹਨਾਂ ਤੋਂ ਬਣਵਾਵਾਂ, ਇੱਕ ਲੇਬਰ ਤੋਂ ਬਣਵਾਵਾਂ ਕਿ ਇੱਕ ਮਸ਼ੀਨਸ ਤੋਂ ਬਣਾਵਾਂ। ਤਾਂ ਇਹਦੇ ਵਿੱਚ ਜਿਹੜਾ ਲੇਬਰ ਇੰਟੈਂਸਿਵ ਨੂੰ ਯੂਜ਼ ਕਰਦਾ ਵਾ ਤਾਂ ਉਹ ਬੰਦਾ ਕੀ ਆ ਜ਼ਿਆਦਾ ਤੋਂ ਜ਼ਿਆਦਾ ਕੀ ਆ ਲੋਕਾਂ ਨੂੰ ਉੱਥੇ ਕੰਮ ਦੇ ਉੱਤੇ ਰੱਖੇਗਾ ਅਤੇ ਮਸ਼ੀਨਾਂ ਨੂੰ ਘੱਟ ਯੂਜ਼ ਕਰੇਗਾ। ਅਤੇ ਜੇਕਰ ਉਹ ਕੈਪੀਟਲ ਇਨਸੈਂਟਿਵ ਕਰਨੀ ਜਾ ਰਿਹਾ ਵਾ ਤਾਂ ਉਹ ਕੀ ਆ ਮਸ਼ੀਨਾਂ ਨੂੰ ਜ਼ਿਆਦਾ ਯੂਜ਼ ਕਰੇਗਾ ਅਤੇ ਲੇਬਰ ਨੂੰ ਘੱਟ ਯੂਜ਼ ਕਰੇਗਾ। ਤਾਂ ਇਹ ਚੀਜ਼ਾਂ ਦੀਆਂ ਪ੍ਰੋਬਲਮਸ ਨੂੰ ਉਹ ਸੌਰਟ ਆਊਟ ਕਰਨ ਦਾ ਲੱਭਣਾ ਪੈਂਦਾ ਵਾ ਅਤੇ ਇਹ ਸਭ ਤੋਂ ਵੱਡੀ ਪ੍ਰੋਬਲਮਸ ਕ੍ਰੀਏਟ ਕਰਦੀਆਂ ਨੇ। ਤੀਜੀ ਅਤੇ ਲਾਸਟ ਪ੍ਰੋਬਲਮ ਜਿਹੜੀ ਆ ਹੋਮ ਟੂ ਪ੍ਰੋਡਿਊਸ। ਮੈਂ ਕਿਹਦੇ ਲਈ ਪ੍ਰੋਡਿਊਸ ਕਰ ਰਿਹਾ ਵਾਂ। ਹੁਣ ਮੇਰੇ ਲਈ ਮੈਂ ਇੱਕ ਚੀਜ਼ ਨੂੰ ਮੈਂ ਬਣਾ ਲਿਆ ਵੀ ਮੈਂ ਇਹ ਚੀਜ਼ ਸਿਲੈਕਟ ਕਰ ਲਈ। ਦੂਜਾ ਮੈਂ ਉਹਨੂੰ ਬਣਾਉਣ ਦਾ ਤਰੀਕਾ ਵੀ ਲੱਭ ਲਿਆ। ਤੀਜੀ ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਹੈ ਵੀ ਮੈਂ ਕਿਸ ਚੀਜ਼ ਨੂੰ ਹਿੱਟ ਕਰਨਾ ਚਾਹੁੰਦਾ ਵਾ, ਵੀ ਮੈਂ ਜਿਹੜੀ ਚੀਜ਼ ਬਣਾਈ ਆ ਉਹ ਕਿਹਦੇ ਲਈ ਬਣਾਈ ਆ। ਮੈਂ ਅੱਪਰ ਕਲਾਸ ਲਈ ਬਣਾਈ ਆ, ਮੈਂ ਲੋਅਰ ਕਲਾਸ ਦੇ ਲਈ ਬਣਾਈ ਆ, ਜਾਂ ਮੈਂ ਮਿਡਲ ਕਲਾਸ ਲਈ ਬਣਾਈ ਆ। ਇਹ ਸਭ ਤੋਂ ਵੱਡੀ ਪ੍ਰੋਬਲਮ ਆ ਜਾਂਦੀ ਆ ਵੀ ਸੁਸਾਇਟੀ ਦੇ ਵਿੱਚ ਮੈਂ ਕਿਸ ਬੰਦੇ ਦੀ ਕਿਹੜੀ ਵਾਂਟ ਨੂੰ ਸੈਟੀਫਾਈ ਕਰਨਾ ਚਾਹੁੰਦਾ ਹਾਂ। ਤਾਂ ਇਸ ਚੀਜ਼ ਨੂੰ ਕੰਟਰੋਲ ਕਰਨ ਦੇ ਲਈ ਉਹਨਾਂ ਨੂੰ ਕਈ ਚੀਜ਼ਾਂ ਨੂੰ ਦੇਖਣਾ ਪੈਂਦਾ ਵੀ ਇੱਕ ਬੰਦੇ ਦੀ ਅਰਨਿੰਗ ਕਪੈਸਿਟੀ ਕਿੰਨੀ ਆ, ਇੱਕ ਬੰਦਾ ਕਿਹੜੀ ਚੀਜ਼ਾਂ ਦੀ ਜ਼ਿਆਦਾ ਡਿਮਾਂਡ ਕਰਦਾ, ਉਹਦਾ ਇਨਕਮ ਲੈਵਲ ਕਿਹੜਾ ਵਾ, ਉਹਦੀ ਇਨਕਮ ਡਿਸਟਰੀਬਿਊਸ਼ਨ ਕਿਹੜੀਆਂ ਨੇ। ਇਹ ਸਾਰੀਆਂ ਚੀਜ਼ਾਂ ਫੈਕਟਰ ਇਫੈਕਟ ਕਰਦੀਆਂ ਨੇ ਜਦੋਂ ਤੁਸੀਂ ਕਿਸੇ ਚੀਜ਼ ਨੂੰ ਵੀ ਸੇਲ ਆਊਟ ਕਰਨਾ ਵਾ। ਮੰਨ ਲਓ ਵੀ ਹੁਣ ਮੈਂ ਇੱਕ ਸ਼ੂਜ਼ ਬਣਾਇਆ ਜਿਹਦਾ ਪ੍ਰਾਈਸ ਕੀ ਆ 5000। ਤਾਂ ਹੁਣ ਇਹ 5000 ਓਬਵੀਅਸ ਆ ਵੀ ਪੂਅਰ ਕਲਾਸ ਅਤੇ ਮਿਡਲ ਕਲਾਸ ਮੈਂ ਦੋ ਹੀ ਇਹ ਚੀਜ਼ਾਂ ਨੂੰ ਅਫੋਰਡ ਨਹੀਂ ਕਰ ਸਕਦੇ ਹੈਗੇ। ਇਹ ਕਿਹਦੇ ਆ ਰਿਚੈਸਟ ਕਲਾਸ ਨੂੰ ਆ। ਹੁਣ ਜੇ ਮੈਂ ਰਿਚੈਸਟ ਕਲਾਸ ਦੇ ਵਿੱਚ ਜਾਂਦਾ ਵਾ ਤਾਂ ਰਿਚੈਸਟ ਕਲਾਸ ਦੇ ਵਿੱਚ ਮੇਰੇ ਜਿਹੋ ਜਿਹੇ ਸ਼ੂਜ਼ ਵੇਚਣ ਵਾਲੀਆਂ ਨੰਬਰ ਆਫ ਜਿਹੜੀਆਂ ਕੰਪਨੀਜ਼ ਨੇ ਉਹ ਪਹਿਲਾਂ ਹੀ ਅਰਾਈਜ਼ ਨੇ, ਜਿਵੇਂ ਨਾਈਕੀ, ਐਡੀਡਾਸ, ਰੀਬੌਕਸ ਐਕਸੈਕਟਰਾ। ਤਾਂ ਫਿਰ ਮੇਰਾ ਉੱਥੇ ਬ੍ਰਾਂਡ ਕਿਵੇਂ ਟਿਕੇਗਾ। ਤਾਂ ਇਹ ਚੀਜ਼ਾਂ ਜਿਹੜੀਆਂ ਨੇ ਪ੍ਰੋਬਲਮਸ ਕ੍ਰੀਏਟ ਕਰਦੀਆਂ ਨੇ। ਮੰਨ ਲਓ ਵੀ ਹੁਣ ਮੈਂ ਉਹਦਾ ਪ੍ਰਾਈਸ ਕੀ ਆ 500 ਰੱਖਿਆ, ਤਾਂ ਉਹਨੂੰ ਰਿਚੈਸਟ ਯਾਨੀ ਕਿ ਅੱਪਰ ਕਲਾਸ ਅਫੋਰਡ ਨਹੀਂ ਕਰ ਸਕਦਾ, ਯਾਨੀ ਕਿ ਅੱਪਰ ਕਲਾਸ ਨੂੰ ਆਪਣੀ ਇਮੇਜ ਦਾ ਡਰ ਹੁੰਦਾ, ਤਾਂ ਉਹ 500 ਰੁਪਏ ਦਾ ਸ਼ੂਜ਼ ਨਹੀਂ ਲਏਗਾ। ਤਾਂ ਮੈਂ ਹੁਣ ਕਿਸ ਚੀਜ਼ ਨੂੰ ਹਿੱਟ ਕਰ ਰਿਹਾ, ਲੋਅਰ ਕਲਾਸ ਅਤੇ ਮਿਡਲ ਕਲਾਸ। ਫਿਰ ਹੁਣ ਮੈਨੂੰ ਉਹਨਾਂ ਦਾ ਪ੍ਰਾਈਸ ਯਾਨੀ ਕਿ ਉਹਨਾਂ ਦੀ ਇਨਕਮ ਲੈਵਲ ਵੀ ਚੈੱਕ ਕਰਨਾ ਪਵੇਗਾ। ਬੂਟ ਦੇ ਲਈ ਉਹ ਕੰਫਰਟੇਬਲ ਹੈ ਵੀ ਨਹੀਂ ਹੈਗੇ, ਉਹ ਕੀ ਚੀਜ਼ ਜ਼ਿਆਦਾ ਚਾਹੁੰਦੇ ਆ, ਡਿਜ਼ਾਈਨਿੰਗ ਦੇ ਉੱਤੇ ਫੋਕਸ ਕਰਦੇ ਆ, ਕੰਫਰਟੇਬਲ ਦੇ ਉੱਤੇ ਵਰਕ ਕਰਦੇ ਆ, ਜਾਂ ਉਹ ਸ਼ੋਅ ਦੇ ਉੱਤੇ ਵਰਕ ਕਰਦੇ ਆ। ਤਾਂ ਮੈਨੂੰ ਉਸ ਤਰ੍ਹਾਂ ਦੇ ਸ਼ੂਜ਼ ਕ੍ਰੀਏਟ ਕਰਨੇ ਪੈਣਗੇ। ਤਾਂ ਇਹ ਜਿਹੜੀਆਂ ਸੀਗੀਆਂ 3 ਪ੍ਰੋਬਲਮਾਂ ਕ੍ਰੀਏਟ ਹੁੰਦੀਆਂ, ਵਟ ਟੂ ਪ੍ਰੋਡਿਊਸ, ਹਾਊ ਟੂ ਪ੍ਰੋਡਿਊਸ, ਹੋਮ ਟੂ ਪ੍ਰੋਡਿਊਸ। ਮੈਂ ਕਿਹੜੀ ਚੀਜ਼ ਬਣਾਵਾਂ, ਕਿਹਦੇ ਲਈ ਬਣਾਵਾਂ ਅਤੇ ਕਿਉਂ ਬਣਾਵਾਂ। ਇਹ ਸਾਰੀਆਂ ਚੀਜ਼ਾਂ ਨੇ, ਜਾਂ ਕਿਹੜੀ ਟੈਕਨੀਕ ਯੂਜ਼ ਕਰਾਂ। ਤਾਂ ਇਹ ਪ੍ਰੋਬਲਮਸ ਜਿਹੜੀਆਂ ਹੁੰਦੀਆਂ ਨੇ ਕ੍ਰੀਏਟ ਹੁੰਦੀਆਂ ਨੇ। ਅਸੀਂ ਅੱਜ ਇਕੋਨਮੀ ਦੇ ਬਾਰੇ ਬਹੁਤ ਕੁਝ ਸਮਝਿਆ, ਵੀ ਸਾਨੂੰ ਪਤਾ ਲੱਗਿਆ ਵੀ ਜਿਹੜੀਆਂ ਇਕੋਨਮੀ ਹੁੰਦੀਆਂ ਨੇ ਉਹ ਕਿਸ ਤਰੀਕੇ ਦੀਆਂ ਹੁੰਦੀਆਂ। ਮੈਂ ਤੁਹਾਨੂੰ ਦੱਸਿਆ ਪੋਜ਼ੀਟਿਵ ਇਕੋਨਮੀ ਅਤੇ ਨੈਗੇਟਿਵ ਇਕੋਨਮੀ। ਫਿਰ ਅਸੀਂ ਗੱਲ ਕੀਤੀ ਵੀ ਸਾਨੂੰ ਕਿਹੜੀਆਂ ਪ੍ਰੋਬਲਮ ਫੇਸ ਆਊਟ ਕਰਨੀਆਂ ਪੈਂਦੀਆਂ ਨੇ, ਇਕੋਨਮੀ ਦੀਆਂ ਟਾਈਪਸ ਕਿੰਨੀਆਂ ਹੁੰਦੀਆਂ ਨੇ। ਤਾਂ ਇਸ ਦੇ ਨਾਲ ਜਿਹੜਾ ਸਾਡਾ ਫਸਟ ਚੈਪਟਰ ਉਹ ਕੰਪਲੀਟ ਹੋ ਚੁੱਕਿਆ ਵਾ। ਇਹਦੇ ਬਾਰੇ ਅਸੀਂ ਅੱਜ ਇਕੋਨੋਮਿਕਸ ਦੇ ਬਾਰੇ ਬਹੁਤ ਚੀਜ਼ਾਂ ਨੂੰ ਡਿਸਕਸ ਕੀਤਾ। ਆਈ ਹੋਪ ਤੁਹਾਨੂੰ ਇਹ ਜਿਹੜਾ ਸੈਸ਼ਨ ਆ ਉਹ ਵਧੀਆ ਲੱਗਿਆ ਹੋਵੇਗਾ, ਅਤੇ ਸੈਸ਼ਨ ਦੇ ਵਿੱਚ ਜਿਹੜੀਆਂ ਮੇਰੀਆਂ ਦਿੱਤੀਆਂ ਹੋਈਆਂ ਤੁਹਾਨੂੰ ਟਿਪਸ ਨੇ, ਜਾਂ ਤੁਸੀਂ ਕਹਿ ਦਿਓ ਵੀ ਜਿਹੜਾ ਮੈਂ ਚੈਪਟਰ ਐਕਸਪਲੇਨ ਕੀਤਾ ਉਹ ਤੁਹਾਨੂੰ ਜੋ ਵਧੀਆ ਲੱਗਿਆ ਹੋਵੇ, ਤਾਂ ਵੀਡੀਓ ਨੂੰ ਜ਼ਰੂਰ ਲਾਈਕ ਕਰੋ, ਇਹਨੂੰ ਸ਼ੇਅਰ ਕਰੋ ਅਤੇ ਵੱਧ ਤੋਂ ਵੱਧ ਮੇਰੇ ਚੈਨਲ ਨਾਲ ਜੁੜੋ। ਥੈਂਕਸ ਅ ਲੋਟ ਵਾਚਿੰਗ ਫॉर ਮਾਈ ਸੈਸ਼ਨ।